ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਕੁਝ ਅਪਡੇਟਸ ਲੈ ਕੇ ਮੈਂ ਬਰੁਣ ਕੌਰ ਮਾਨ ਹਾਜ਼ਰ। ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ। CSPA ਤਹਿਤ ਨੀਤੀਗਤ ਨਿਯਮਾਂ 'ਚ ਬਦਲਾਅ, ਭਾਰਤੀਆਂ ਨੂੰ ਹੋਵੇਗਾ ਫਾਇਦਾ। ਪਨਾਮਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਖੱਡ ਵਿੱਚ ਬੱਸ ਡਿੱਗਣ ਦੇ ਨਾਲ 39 ਪ੍ਰਵਾਸੀਆਂ ਦੀ ਗਈ ਜਾਨ। ਅਮਰੀਕਾ 'ਚ ਨੌਕਰੀਆਂ ਗਵਾ ਚੁੱਕੇ ਭਾਰਤ ਵੰਸ਼ੀ ਟੈਕ ਉਦਮੀਆਂ ਤੇ ਸਿੱਖਿਆ ਸ਼ਾਸਤਰੀਆਂ ਨੇ ਵੀਜ਼ਾ ਗ੍ਰੇਸ ਮਿਆਦ 6 ਮਹੀਨੇ ਵਧਾਉਣ ਦੀ ਕੀਤੀ ਮੰਗ। ਵੀਜ਼ਿਆਂ ਦੀ ਪ੍ਰਮਾਣਿਕਤਾ ਨਵਿਆਉਣ ਦਾ ਅਮਲ ਮੁੜ ਸ਼ੁਰੂ ਕਰੇਗਾ ਅਮਰੀਕਾ। ਕੈਨੇਡਾ ਦੇ ਵੀਜ਼ਾ ਤੋਂ ਨਾ ਹੋਣ ਦੀ ਸੰਭਾਵਨਾ ਘਟੀ। ਦਿਲ ਖੋਲ ਕੇ ਵਿਜ਼ਟਰ ਵੀਜ਼ਾ ਵੰਡੇਗੀ ਕੈਨੇਡਾ ਸਰਕਾਰ। ਭਾਰਤੀ ਹਾਈ ਕਮਿਸ਼ਨ ਵੱਲੋਂ ਸ੍ਰੀਲੰਕਾ ਦੇ ਵਿੱਚ ਵੀਜ਼ਾ ਕੇਂਦਰ ਅਸਥਾਈ ਤੌਰ ਤੇ ਬੰਦ। ਅਮਰੀਕਾ ਨੇ ਜਾਰੀ ਕੀਤੀ ਟਰੈਵਲ ਐਡਵਾਈਜ਼ਰੀ, ਨਾਗਰਿਕਾਂ ਨੂੰ ਕਿਹਾ ਰੂਸ ਨੂੰ ਤੁਰੰਤ ਛੱਡ ਦਿਓ। ਆਸਟ੍ਰੇਲੀਆ ਦਾ ਵੱਡਾ ਕਦਮ, ਲੋਕਾਂ ਨੂੰ ਮਿਲੇਗੀ ਨਾਗਰਿਕਤਾ, ਪਰਿਵਾਰ ਵੀ ਜਾ ਸਕਣਗੇ ਵਿਦੇਸ਼, ਲੇਕਿਨ ਕੁਝ ਸ਼ਰਤਾਂ ਰਹਿਣਗੀਆਂ ਲਾਗੂ। ਭਾਰਤ ਆਉਣ ਵਾਲੇ ਹਵਾਈ ਯਾਤਰੀਆਂ ਲਈ ਨਿਯਮਾਂ ਦੇ ਵਿੱਚ ਹੋਇਆ ਬਦਲਾਅ। ਟਰੈਵਲ ਏਜੰਟਾਂ ਦੇ ਵੱਲੋਂ 2017 'ਚ ਇਟਲੀ ਭੇਜੇ 6 ਨੌਜਵਾਨਾਂ ਦੀ 6 ਸਾਲ ਬੀਤ ਜਾਣ ਤੇ ਵੀ ਨਹੀਂ ਲੱਗੀ ਸੂ। ਤੁਸੀਂ ਦੇਖ ਰਹੇ ਹੋ ਵੀਕਲੀ ਇਮੀਗ੍ਰੇਸ਼ਨ ਅਪਡੇਟ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਪ੍ਰਸ਼ਾਸਨ ਨੇ ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ ਦੇ ਤਹਿਤ ਕੁਝ ਸਥਿਤੀਆਂ ਦੇ ਵਿੱਚ ਪ੍ਰਵਾਸੀ ਦੀ ਉਮਰ ਦੀ ਗਣਨਾ ਕਰਨ ਦੇ ਉਦੇਸ਼ ਦੇ ਨਾਲ ਇੱਕ ਨੀਤੀ ਮੈਨੂਅਲ ਨੂੰ ਅਪਡੇਟ ਕਰਨ ਦਾ ਐਲਾਨ ਕੀਤਾ ਹੈ। ਇਹ ਕਦਮ ਭਾਵੇਂ ਛੋਟਾ ਹੈ, ਪਰ ਇਸ ਨੂੰ ਉਹਨਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਇੱਕ ਅਹਿਮ ਕਦਮ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ, ਜਿਨ੍ਹਾਂ ਦੀ ਵੀਜ਼ਾ ਪ੍ਰਾਪਤ ਕਰਨ ਦੇ ਲਈ ਉਮਰ ਸੀਮਾ ਨਿਕਲ ਚੁੱਕੀ ਹੈ, ਜਦੋਂ ਕਿ ਉਹ ਬੱਚਿਆਂ ਦੇ ਰੂਪ ਦੇ ਵਿੱਚ ਵੈਧ ਢੰਗ ਦੇ ਨਾਲ ਆਪਣੇ ਮਾਤਾ-ਪਿਤਾ ਦੇ ਨਾਲ ਅਮਰੀਕਾ ਆਏ ਸੀ। ਇਹਨਾਂ ਵਿੱਚ ਵੱਡੀ ਗਿਣਤੀ 'ਚ ਭਾਰਤੀ ਨੇ। ਪਰਿਵਾਰ ਪ੍ਰਯੋਜਿਤ ਜਾਂ ਰੁਜ਼ਗਾਰ ਆਧਾਰਿਤ ਵੀਜ਼ਾ ਦੇ ਲਈ ਆਪਣੇ ਮਾਤਾ-ਪਿਤਾ ਦੀ ਮਨਜ਼ੂਰਸ਼ੁਦਾ ਅਰਜ਼ੀ ਦੇ ਆਧਾਰ ਤੇ ਸੰਯੁਕਤ ਰਾਜ ਅਮਰੀਕਾ 'ਚ ਕਾਨੂੰਨੀ ਸਥਾਈ ਨਿਵਾਸੀ ਦਾ ਦਰਜਾ ਪ੍ਰਾਪਤ ਕਰਨ ਦੇ ਲਈ ਵਿਨੇਕਾਰ ਦੀ ਉਮਰ 21 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਜੇਕਰ ਵਿਨੇਕਾਰ ਇਮੀਗ੍ਰੇਸ਼ਨ ਪ੍ਰਕਿਰਿਆ ਦੇ ਦੌਰਾਨ 21 ਸਾਲ ਦਾ ਹੋ ਜਾਂਦਾ ਹੈ, ਭਾਵ ਜੇਕਰ ਉਹ ਨਿਰਧਾਰਤ ਉਮਰ ਤੋਂ ਵੱਧ ਹੈ, ਤਾਂ ਉਹ ਆਮ ਤੌਰ ਤੇ ਅਰਜ਼ੀ ਦੇ ਆਧਾਰ ਤੇ ਮਾਪਿਆਂ ਨਾਲ ਰਹਿਣ ਦਾ ਹੱਕਦਾਰ ਨਹੀਂ ਹੈ। ਨਿਰਧਾਰਤ ਉਮਰ ਬੀਤ ਜਾਣ ਕਾਰਨ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਕਰੀਬ 2 ਲੱਖ ਲੋਕਾਂ ਦੀ ਅਗਵਾਈ ਕਰਨ ਵਾਲੇ ਇੰਪਰੂਵ ਡ੍ਰੀਮ ਆਰਗੇਨਾਈਜੇਸ਼ਨ ਦੇ ਦੀਪ ਪਟੇਲ ਨੇ ਕਿਹਾ, US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਅਧਿਕਾਰਤ ਤੌਰ ਤੇ ਨੀਤੀ ਵਿੱਚ ਬਦਲਾਅ ਕੀਤਾ ਹੈ, ਜਿਸ ਦੀ ਅਸੀਂ ਲੰਬੇ ਸਮੇਂ ਤੋਂ ਬੇਨਤੀ ਕਰ ਰਹੇ ਸੀ। USCIS CSPA ਦੀ ਉਮਰ ਨਿਰਧਾਰਤ ਕਰਨ ਦੇ ਲਈ ਫਾਈਲਿੰਗ ਚਾਰਟ ਦੀਆਂ ਤਾਰੀਖਾਂ ਦੀ ਵਰਤੋਂ ਕਰੇਗਾ ਤੇ ਪਹਿਲਾਂ ਅਸਵੀਕਾਰ ਕੀਤੀਆਂ ਗਈਆਂ ਅਰਜ਼ੀਆਂ ਨੂੰ ਦੁਬਾਰਾ ਭਰਿਆ ਜਾ ਸਕਦਾ ਹੈ। ਇਹਨਾਂ ਪ੍ਰਵਾਸੀਆਂ ਦੀ ਉਮਰ ਦੀ ਗਣਨਾ ਕਰਨ ਦੇ ਉਦੇਸ਼ ਦੇ ਲਈ ਫਾਈਨਲ ਐਕਸ਼ਨ ਡੇਟ ਚਾਰਟ ਦੀ ਬਜਾਏ ਫਾਈਲਿੰਗ ਚਾਰਟ ਦੀਆਂ ਤਾਰੀਖਾਂ ਦੀ ਵਰਤੋਂ ਕਰੇਗਾ। ਅਮਰੀਕੀ ਵਿਦੇਸ਼ ਵਿਭਾਗ ਦੇ ਵੀਜ਼ਾ ਬੁਲੇਟਿਨ ਦੀ ਵਰਤੋਂ ਇਹ ਨਿਰਧਾਰਤ ਕਰਨ ਦੇ ਲਈ ਕੀਤੀ ਜਾਂਦੀ ਹੈ ਕਿ ਵੀਜ਼ਾ ਨੰਬਰ ਕਦੋਂ ਉਪਲਬਧ ਹੋਏਗਾ। ਵੀਜ਼ਾ ਬੁਲੇਟਿਨ ਵਿੱਚ 2 ਚਾਰਟ ਹੁੰਦੇ ਨੇ, ਫਾਈਲਿੰਗ ਚਾਰਟ ਦੀਆਂ ਤਾਰੀਖਾਂ ਅਤੇ ਅੰਤਿਮ ਕਾਰਵਾਈ ਤਾਰੀਖਾਂ ਚਾਰਟ। ਪਨਾਮਾ ਦਾ ਜੰਗਲ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ। ਪਨਾਮਾ ਦਾ ਜੰਗਲ ਬਹੁਤ ਸਾਰੀ ਜਵਾਨੀ ਖਾ ਗਿਆ। ਪਨਾਮਾ ਦੇ ਪੱਛਮੀ ਹਿੱਸੇ ਵਿੱਚ ਇੱਕ ਬੱਸ ਖੱਡ 'ਚ ਡਿੱਗ ਜਾਣ ਕਾਰਨ ਘੱਟੋ-ਘੱਟ 39 ਪ੍ਰਵਾਸੀਆਂ ਦੀ ਮੌਤ ਹੋਈ, ਤਕਰੀਬਨ 20 ਹੋਰ ਜ਼ਖਮੀ ਹੋਏ। ਅਧਿਕਾਰੀਆਂ ਨੇ ਇਹ ਜਾਣਕਾਰੀ ਸਾਂਝੀ ਕੀਤੀ। ਹਾਲਾਂਕਿ ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ ਬੱਸ ਵਿੱਚ ਸਵਾਰ ਯਾਤਰੀ ਕਿਹਨਾਂ ਦੇਸ਼ਾਂ ਦੇ ਨਾਗਰਿਕ ਸੀਗੇ। ਬੱਸ ਵਿੱਚ 66 ਪ੍ਰਵਾਸੀ ਸਵਾਰ ਸੀ। ਪਨਾਮਾ ਦੇ ਕੌਮੀ ਇਮੀਗ੍ਰੇਸ਼ਨ ਸੇਵਾ ਦੀ ਨਿਰਦੇਸ਼ਕ ਸਮੀਰਾ ਨੇ ਕਿਹਾ ਕਿ ਬੁੱਧਵਾਰ ਤੜਕੇ ਬੱਸ ਖੜੀ ਚੜਾਈ ਵਾਲੇ ਰਾਜਮਾਰਗ ਤੇ ਇੱਕ ਹੋਰ ਬੱਸ ਨਾਲ ਟਕਰਾ ਗਈ। ਉਸ ਵੇਲੇ ਇਹ ਹਾਦਸਾ ਵਾਪਰਿਆ। ਪਿਛਲੇ ਤਕਰੀਬਨ ਇੱਕ ਦਹਾਕੇ ਵਿੱਚ ਪਨਾਮਾ 'ਚ ਵਾਪਰਿਆ ਇਹ ਸਭ ਤੋਂ ਭਿਆਨਕ ਹਾਦਸਾ ਹੈ। ਇਸ ਵਿੱਚ ਪ੍ਰਵਾਸੀਆਂ ਦੀ ਜਾਨ ਗਈ ਹੈ। ਅਮਰੀਕਾ ਵਿੱਚ H-1B ਵੀਜ਼ਾ ਧਾਰਕ ਪੇਸ਼ੇਵਰਾਂ ਦੀ ਟੈਕ ਕੰਪਨੀਆਂ ਤੋਂ ਵੱਡੇ ਪੈਮਾਨੇ ਤੇ ਛਾਂਟੀ ਕਿਸੇ ਬੁਰੇ ਸੁਪਨੇ ਤੋਂ ਘੱਟ ਨਹੀਂ ਹੈ। ਭਾਰਤੀ ਅਮਰੀਕੀ ਟੈਕ ਉਦਮੀ ਅਤੇ ਸਿੱਖਿਆ ਸ਼ਾਸਤਰੀਆਂ ਨੇ ਕਿਹਾ ਕਿ ਜੇਕਰ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਵੀਜ਼ਾ ਬਿਨੇ ਮਿਆਦ ਨੂੰ 60 ਦਿਨਾਂ ਤੋਂ ਵਧਾ ਕੇ 6 ਮਹੀਨੇ ਦਾ ਆਦੇਸ਼ ਜਾਰੀ ਕਰਨ ਤਾਂ ਇਨੇ ਪੇਸ਼ੇਵਰਾਂ ਨੂੰ ਰਾਹਤ ਮਿਲ ਸਕਦੀ ਹੈ। ਇਸ ਆਦੇਸ਼ ਦਾ ਮਤਲਬ ਇਹ ਹੋਏਗਾ ਕਿ ਨੌਕਰੀ ਜਾਣ ਤੇ H-1B ਵੀਜ਼ਾ ਧਾਰਕ ਵਿਦੇਸ਼ੀ ਟੈਕ ਕਰਮਚਾਰੀਆਂ ਨੂੰ 2 ਮਹੀਨੇ ਦੇ ਅੰਦਰ ਦੇਸ਼ ਛੱਡਣ ਦੀ ਬਜਾਏ ਨਵੀਂ ਨੌਕਰੀ ਦੀ ਤਲਾਸ਼ ਦੇ ਲਈ 6 ਮਹੀਨੇ ਦਾ ਸਮਾਂ ਮਿਲ ਜਾਏਗਾ। ਸਿਲੀਕਨ ਵੈਲੀ ਵਿੱਚ ਕਾਰਨੇਗੀ ਮੇਲਨ ਸਕੂਲ ਆਫ ਇੰਜੀਨੀਅਰਿੰਗ ਦੇ ਨਾਮੀ ਫੈਲੋ ਤੇ ਸਹਾਇਕ ਪ੍ਰੋਫੈਸਰ ਵਿਵੇਕ ਨੇ ਕਿਹਾ ਕਿ ਰਾਸ਼ਟਰਪਤੀ ਬਾਈਡਨ ਨੂੰ H-1B ਵੀਜ਼ਾ ਧਾਰਕਾਂ ਦੇ ਲਈ ਵੀਜ਼ਾ ਗ੍ਰੇਸ ਮਿਆਦ ਵਧਾਉਣ ਦੇ ਲਈ ਕਾਰਜਕਾਰੀ ਆਦੇਸ਼
ਜਾਰੀ ਕਰਨੇ ਚਾਹੀਦੇ ਨੇ। H1B ਵੀਜ਼ਾ ਗੈਰ ਅਪਰਵਾਸੀ ਵੀਜ਼ਾ ਜੋ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਟੈਂਕ ਪੇਸ਼ੇਵਰਾਂ ਨੂੰ ਵਿਸ਼ੇਸ਼ ਮਿਆਦ ਦੇ ਲਈ ਕੰਪਨੀ ਦਾ ਕਰਮਚਾਰੀ ਨਿਯੁਕਤ ਕਰਨ ਦੀ ਆਗਿਆ ਦਿੰਦਾ ਹੈ। ਇਸ ਦੇ ਲਾਭਪਾਤਰੀਆਂ ਦੇ ਵਿੱਚ ਸਭ ਤੋਂ ਵੱਧ ਭਾਰਤ ਤੇ ਚਾਈਨਾ ਦੇ ਪੇਸ਼ੇਵਰ ਨੇ। ਵਾਸ਼ਿੰਗਟਨ ਪੋਸਟ ਦੇ ਮੁਤਾਬਕ ਲੰਘੀ ਨਵੰਬਰ ਵਿੱਚ ਹੁਣ ਤੱਕ ਗੂਗਲ, ਮਾਈਕਰੋਸਾਫਟ, ਐਮਾਜ਼ਨ, ਫੇਸਬੁੱਕ ਵਰਗੀਆਂ ਵੱਡੀਆਂ ਕੰਪਨੀਆਂ 'ਚ 2 ਲੱਖ ਤੋਂ ਵੱਧ ਕਰਮਚਾਰੀ ਨੌਕਰੀਆਂ ਤੋਂ ਕੱਢੇ ਜਾ ਚੁੱਕੇ ਨੇ। H1B ਵੀਜ਼ਾ ਧਾਰਕਾਂ ਸਾਹਮਣੇ ਇਸ ਨਾਲ ਵੱਡੀ ਸਮੱਸਿਆ ਖੜੀ ਹੋ ਗਈ ਹੈ। ਅਮਰੀਕਾ ਸਾਲ ਦੇ ਅਖੀਰ ਤੱਕ H1B ਅਤੇ L1 ਵੀਜ਼ਾ ਜਿਹੀਆਂ ਸ਼੍ਰੇਣੀਆਂ 'ਚ ਘਰੇਲੂ ਵੀਜ਼ਿਆਂ ਦੀ ਪ੍ਰਮਾਣਿਕਤਾ ਨਵਿਆਉਣ ਦਾ ਅਮਲ ਮੁੜ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਕਦਮ ਦੇ ਨਾਲ ਸੈਂਕੜੇ ਵਿਦੇਸ਼ੀ ਤਕਨੀਕੀ ਮੁਲਾਜ਼ਮਾਂ, ਖਾਸ ਕਰਕੇ ਭਾਰਤ ਦੇ ਹਜ਼ਾਰਾਂ ਲੋਕਾਂ ਨੂੰ ਫਾਇਦਾ ਹੋਣਾ ਹੈ। ਗੌਰਤਲਬ ਹੈ ਕਿ ਸਨ 2004 ਤੱਕ ਗੈਰ ਪ੍ਰਵਾਸੀ ਵੀਜ਼ਾ ਦੀਆਂ ਕੁਝ ਸ਼੍ਰੇਣੀਆਂ, ਖਾਸ ਤੌਰ ਤੇ H1B ਨੂੰ ਅਮਰੀਕਾ 'ਚ ਨਵਿਆਇਆ ਜਾ ਸਕਦਾ ਸੀ। ਇਸ ਤੋਂ ਬਾਅਦ ਵਿਦੇਸ਼ੀ ਤਕਨੀਕੀ ਮੁਲਾਜ਼ਮਾਂ ਨੂੰ ਆਪਣੇ ਪਾਸਪੋਰਟ ਤੇ H1B ਐਕਸਟੈਂਸ਼ਨ ਦੀ ਮੋਹਰ ਲਗਾਉਣ ਦੇ ਲਈ ਦੇਸ਼ ਤੋਂ ਬਾਹਰ ਜਾਣਾ ਪੈਣ ਲੱਗਿਆ। ਇਹਨਾਂ ਵਿੱਚੋਂ ਜ਼ਿਆਦਾਤਰ ਕਾਮਿਆਂ ਨੂੰ ਆਪਣੇ ਦੇਸ਼ 'ਚ ਜਾ ਕੇ ਮੋਹਰ ਲਵਾਉਣੀ ਪੈਂਦੀ ਹੈ। ਜਦੋਂ ਇਹ ਪਾਇਲਟ ਪ੍ਰੋਜੈਕਟ ਮੁਕੰਮਲ ਤੌਰ ਤੇ ਲਾਗੂ ਹੋ ਗਿਆ ਤਾਂ ਪੇਸ਼ੇਵਰ ਮੁਲਾਜ਼ਮ ਅਮਰੀਕਾ 'ਚ ਹੀ ਆਪਣੇ ਵੀਜ਼ਿਆਂ ਨੂੰ ਨਵਿਆਉਣ ਦੇ ਲਈ ਮੋਹਰ ਲਵਾ ਸਕਦੇ ਨੇ। ਇੱਥੇ ਇਹ ਦੱਸਣਾ ਬਣਦਾ ਹੈ ਕਿ ਵੀਜ਼ਾ ਨਵਿਆਉਣਾ ਜਾਂ ਜਾਰੀ ਕਰਨ ਦੇ ਲਈ ਵਿਦੇਸ਼ੀ ਕਾਮਿਆਂ ਨੂੰ 800 ਦਿਨਾਂ ਜਾਂ 2 ਸਾਲ ਤੋਂ ਵੱਧ ਸਮੇਂ ਦੀ ਉਡੀਕ ਕਰਨੀ ਪੈਂਦੀ ਹੈ, ਜੋ ਉਹਨਾਂ ਲਈ ਪਰੇਸ਼ਾਨੀ ਦਾ ਸਬਬ ਬਣਦਾ ਹੈ। ਜ਼ਿਕਰਯੋਗ ਹੈ ਕਿ H1B ਵੀਜ਼ਾ ਗੈਰ ਪ੍ਰਵਾਸੀ ਵੀਜ਼ਾ ਜੋ ਵਿਦੇਸ਼ੀ ਕਾਮਿਆਂ ਨੂੰ ਅਮਰੀਕਾ ਦੀਆਂ ਕੰਪਨੀਆਂ 'ਚ ਕੰਮ ਕਰਨ ਦੀ ਪ੍ਰਵਾਨਗੀ ਦਿੰਦਾ ਹੈ। ਕੈਨੇਡਾ ਦਾ ਵੀਜ਼ਾ ਅਪਲਾਈ ਕਰਨ ਵਾਲੇ ਬਹੁਤ ਸਾਰੇ ਅਰਜ਼ੀਕਰਤਾਵਾਂ ਨੂੰ ਹਰੇਕ ਸਾਲ ਇਸ ਕਰਕੇ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ ਕਿਉਂਕਿ ਵੀਜ਼ਾ ਅਫਸਰਾਂ ਦੇ ਵੱਲੋਂ ਅਕਸਰ ਘੜਿਆਂ ਘੜਾਇਆ ਜਵਾਬ ਦੇ ਦਿੱਤਾ ਜਾਂਦਾ ਹੈ ਕਿ ਜੇਕਰ ਵੀਜ਼ਾ ਦੇ ਦਿੱਤਾ ਤਾਂ ਉਹ ਵਾਪਸ ਨਹੀਂ ਆਉਗੇ, ਲੰਬਾ ਸਮਾਂ ਉੱਥੇ ਰਹਿਣਗੇ। ਅਫਸਰਾਂ ਦੇ ਇਸ ਵਤੀਰੇ ਵਿੱਚ ਤਬਦੀਲੀ ਆਉਣ ਦੀ ਸੰਭਾਵਨਾ ਹੁਣ ਬਣ ਗਈ ਹੈ ਕਿਉਂਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਓਵਰਸਟੇ ਦੀ ਸ਼ੱਕ ਨੂੰ ਵੱਡਾ ਮੁੱਦਾ ਨਹੀਂ ਬਣਾਇਆ ਜਾਣਾ ਚਾਹੀਦਾ। ਰਾਜਧਾਨੀ ਓਟਾਵਾ 'ਚ 2 ਕੁ ਦਰਜਨ ਨਰਸਿੰਗ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਕਿਹਾ ਕਿ ਇਮੀਗ੍ਰੇਸ਼ਨ ਸਿਸਟਮ ਵਿੱਚ ਵੀਜ਼ਾ ਅਰਜ਼ੀ ਦਾ ਨਿਰੀਖਣ ਕਰਦੇ ਸਮੇਂ ਨਰਮ ਪਹੁੰਚ ਅਪਣਾਈ ਜਾਣੀ ਚਾਹੀਦੀ ਹੈ। ਟਰੂਡੋ ਨੇ ਕਿਹਾ ਕਿ ਅਰਜ਼ੀਕਰਤਾ ਕੋਲ ਆਪਣੇ ਦੇਸ਼ 'ਚ ਘਰ, ਚੰਗੀ ਨੌਕਰੀ ਅਤੇ ਸਥਾਪਿਤ ਹੋਵੇ ਤਾਂ ਵੀਜ਼ਾ ਅਫਸਰ ਦੀ ਤਸੱਲੀ ਹੋ ਜਾਂਦੀ ਹੈ, ਪਰ ਪਰਿਵਾਰਕ ਤੌਰ ਤੇ ਕੈਨੇਡਾ ਵਿੱਚ ਆਉਣ ਦੇ ਚਾਹਵਾਨ ਲੋਕਾਂ ਦੀਆਂ ਅਰਜ਼ੀਆਂ ਨੂੰ ਆਮ ਤੌਰ ਤੇ ਪਰਖ ਦੀਆਂ ਘੜੀਆਂ 'ਚੋਂ ਲੰਘਾਇਆ ਜਾਂਦਾ ਹੈ, ਜਦਕਿ ਵਿਦੇਸ਼ ਵਿੱਚ ਰਹਿੰਦੇ ਮਾਤਾ ਅਤੇ ਪਿਤਾ ਨੂੰ ਕੈਨੇਡਾ 'ਚ ਆਪਣੀ ਔਲਾਦ ਕੋਲ ਜਾਣ ਦੇ ਲਈ ਤਰ੍ਹਾਂ ਦੇ ਸਵਾਲ ਕਰਨਾ ਉਚਿਤ ਨਹੀਂ ਹੈ ਕਿਉਂਕਿ ਪਰਿਵਾਰਕ ਸਨੇਹ ਦੀ ਕੋਈ ਸੀਮਾ ਨਹੀਂ ਹੁੰਦੀ। ਇਸ ਮੌਕੇ ਤੇ ਕੁਝ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ ਟਰੂਡੋ ਨੂੰ ਵੀਜ਼ਾ ਬਾਰੇ ਆਪਣੀਆਂ ਦਿੱਕਤਾਂ ਤੋਂ ਜਾਣੂ ਵੀ ਕਰਵਾਇਆ ਸੀਗਾ। ਇੱਕ ਵਿਦਿਆਰਥਣ ਨੇ ਦੱਸਿਆ ਸੀਗਾ ਕਿ ਮੈਂ ਕੈਨੇਡਾ 'ਚ ਹਸਪੀਟਲ 'ਚ ਦਾਖਲ ਸੀ ਤੇ ਉਸ ਸਮੇਂ ਦੌਰਾਨ ਮੇਰੀ ਮਾਤਾ ਨੂੰ 2 ਵਾਰੀ ਵੀਜ਼ਾ ਤੋਂ ਨਾ ਕੀਤੀ ਗਈ। ਟਰੂਡੋ ਨੇ ਇਸ ਬਾਰੇ ਅਫਸੋਸ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਇਮੀਗ੍ਰੇਸ਼ਨ ਵਿਭਾਗ ਨੂੰ ਵੀਜ਼ਾ ਅਰਜ਼ੀਆਂ ਦੇ ਉੱਪਰ ਵਿਚਾਰ ਕਰਦੇ ਸਮੇਂ ਹਮਦਰਦੀ ਵਾਲੀ ਪਹੁੰਚ ਅਪਣਾਉਣ ਬਾਰੇ ਕਿਹਾ ਜਾ ਚੁੱਕਾ ਹੈ ਅਤੇ ਇਮੀਗ੍ਰੇਸ਼ਨ ਮੰਤਰੀ ਫਰੇਜ਼ਰ ਵਧੀਆ ਕੰਮ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਕੈਨੇਡਾ ਨੂੰ ਇਮੀਗ੍ਰੇਸ਼ਨ ਪ੍ਰਤੀ ਹਾਂ ਪੱਖੀ ਰਵੱਈਆ ਧਾਰਨ ਕਰਨਾ ਪਏਗਾ ਕਿਉਂਕਿ ਦੇਸ਼ ਵਿੱਚ ਸਿੱਖਿਅਤ ਅਤੇ ਕਿਰਤੀ ਕਾਮਿਆਂ ਦੀ ਘਾਟ ਹੈ ਅਤੇ ਕੈਨੇਡਾ ਵਾਸੀ ਭਲੀ ਭਾਂਤ ਸਮਝਦੇ ਨੇ ਕਿ ਦੇਸ਼ ਦੀ ਆਰਥਿਕਤਾ ਨੂੰ ਚੱਲਦਾ ਰੱਖਣ ਦੇ ਲਈ ਇਮੀਗ੍ਰੇਸ਼ਨ ਸਾਡੀ ਲੋੜ ਹੈ। ਮੰਤਰੀ ਨੇ ਕਿਹਾ ਹੈ ਕਿ ਕੈਨੇਡਾ ਰਹਿ ਰਹੇ ਲੋਕਾਂ ਦੇ ਵਿਦੇਸ਼ਾਂ ਤੋਂ ਪਰਿਵਾਰਕ ਜੀਆਂ ਤੇ ਰਿਸ਼ਤੇਦਾਰਾਂ ਨੂੰ ਵੀਜ਼ਾ ਜਾਰੀ ਕਰਨ ਸਮੇਂ ਨਰਮ ਪਹੁੰਚ ਅਪਣਾਏ ਜਾਣ ਬਾਰੇ ਮੰਤਰਾਲੇ ਵੱਲੋਂ ਕੰਮ ਚੱਲ ਰਿਹਾ ਹੈ। ਕੈਨੇਡਾ ਸਰਕਾਰ ਨੇ ਦਿਲ ਖੋਲ ਕੇ ਵਿਜ਼ਟਰ ਵੀਜ਼ਾ ਜਾਰੀ ਕਰਨ ਦਾ ਫੈਸਲਾ ਕੀਤਾ। ਨੈਨੀ ਵੀਜ਼ੇ ਦੇ ਲਈ ਤਜਰਬੇ ਦੀ ਸ਼ਰਤ 24 ਮਹੀਨੇ ਤੋਂ ਘਟਾ ਕੇ 12 ਮਹੀਨੇ ਕਰ ਦਿੱਤੀ ਹੈ। ਸਿਰਫ ਇੰਨਾ ਹੀ ਨਹੀਂ, ਐਕਸਪ੍ਰੈਸ ਐਂਟਰੀ ਅਧੀਨ 4 ਸ਼੍ਰੇਣੀਆਂ ਦੇ ਵਿੱਚ ਐਪਲੀਕੇਸ਼ਨ ਟਰੈਕਿੰਗ ਸੇਵਾ ਸ਼ੁਰੂ ਕੀਤੀ ਗਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਮੀਗ੍ਰੇਸ਼ਨ ਵਿਭਾਗ ਨੂੰ ਇਸ਼ਾਰਾ ਕੀਤਾ ਕਿ ਵਿਜ਼ਟਰ ਵੀਜ਼ਾ ਵਾਲੀਆਂ ਅਰਜ਼ੀਆਂ ਤੇ ਨਰਮ ਦਿਲੀ ਦੇ ਨਾਲ ਵਿਚਾਰ ਕੀਤਾ ਜਾਏ ਅਤੇ ਵਿਜ਼ਟਰ ਵੀਜ਼ਾ ਤੇ ਆਉਣ ਵਾਲਿਆਂ ਦੇ ਵਾਪਸ ਨਾ ਜਾਣ ਦੇ ਖਤਰਿਆਂ ਵੱਲ ਧਿਆਨ ਘਟਾਇਆ ਜਾਏ। ਸ੍ਰੀਲੰਕਾ ਦੇ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਵੀਜ਼ਾ ਪ੍ਰੋਸੈਸਿੰਗ ਕੇਂਦਰ ਨੂੰ ਬੀਤੀ ਰਾਤ ਸੁਰੱਖਿਆ ਸੰਬੰਧੀ ਵਾਪਰੀ ਇੱਕ ਘਟਨਾ ਕਾਰਨ ਅਸਥਾਈ ਤੌਰ ਤੇ ਬੰਦ ਕਰ ਦਿੱਤਾ ਗਿਆ। ਹਾਈ ਕਮਿਸ਼ਨ ਨੇ ਬੁੱਧਵਾਰ ਨੂੰ ਇਸ ਹਫ਼ਤੇ ਇਹ ਗੱਲ ਦਾ ਐਲਾਨ ਕੀਤਾ ਸੀ। ਇੱਕ ਪੁਲਿਸ ਸੂਤਰ ਦੇ ਅਨੁਸਾਰ ਵੀਜ਼ਾ ਕੇਂਦਰ ਦੇ ਵਿੱਚ ਕਥਿਤ ਤੌਰ ਤੇ ਚੋਰੀ ਹੋਈ ਸੀ, ਜਿਸ ਤੋਂ ਬਾਅਦ ਭਾਰਤੀ ਹਾਈ ਕਮਿਸ਼ਨ ਨੂੰ ਵੀਜ਼ਾ ਪ੍ਰੋਸੈਸਿੰਗ ਕੇਂਦਰ ਬੰਦ ਕਰਨਾ ਪਿਆ। ਹਾਈ ਕਮਿਸ਼ਨ ਨੇ ਇੱਕ ਬਿਆਨ 'ਚ ਕਿਹਾ, ਬੀਤੀ ਰਾਤ ਵਾਪਰੀ ਸੁਰੱਖਿਆ ਘਟਨਾ ਦੇ ਕਾਰਨ ਵੀਜ਼ਾ ਐਪਲੀਕੇਸ਼ਨ ਸੈਂਟਰ IVS ਪ੍ਰਾਈਵੇਟ ਲਿਮਿਟਿਡ ਕੋਲੰਬੋ ਅਗਲੇ ਨੋਟਿਸ ਤੱਕ ਬੰਦ ਰਹੇਗਾ। ਇਸ ਵਿੱਚ ਇਹ ਵੀ ਕਿਹਾ ਗਿਆ ਸੀਗਾ
ਕਿ ਸਾਰੇ ਬਿਨੇਕਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਸ ਅਨੁਸਾਰ ਆਪਣੀਆਂ ਪਹਿਲਾਂ ਤੋਂ ਨਿਰਧਾਰਤ ਮੁਲਾਕਾਤਾਂ IVM ਪ੍ਰਾਈਵੇਟ ਲਿਮਟਿਡ ਦੇ ਵਿੱਚ ਦੁਆਰਾ ਸੂਚੀਬੱਧ ਕਰ ਲੈਣ। ਅਮਰੀਕਾ ਨੇ ਇਸ ਹਫ਼ਤੇ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ। ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਤੁਰੰਤ ਰੂਸ ਨੂੰ ਛੱਡਣ ਦੀ ਚੇਤਾਵਨੀ ਦਿੱਤੀ। ਅਮਰੀਕਾ ਨੇ ਯੂਕਰੇਨ ਵਿੱਚ ਜੰਗ ਅਤੇ ਰੂਸੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੁਆਰਾ ਮਨਮਾਨੇ ਗ੍ਰਿਫਤਾਰੀ ਅਤੇ ਤਸੀਹੇ ਦੇ ਜ਼ੋਖਮ ਦਾ ਹਵਾਲਾ ਦਿੱਤਾ। ਰੂਸ ਦੀ ਵਿਦੇਸ਼ੀ ਜਸੂਸੀ ਸੇਵਾ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੂੰ ਖੁਫੀਆ ਜਾਣਕਾਰੀ ਮਿਲੀ ਸੀਗੀ ਕਿ ਅਮਰੀਕੀ ਫੌਜ ਰੂਸ ਅਤੇ ਸਾਬਕਾ ਸੋਵੀਅਤ ਸੰਘ ਦੇ ਟਿਕਾਣਿਆਂ ਤੇ ਹਮਲਾ ਕਰਨ ਦੇ ਲਈ ਇਸਲਾਮਿਕ ਅੱਤਵਾਦੀਆਂ ਨੂੰ ਤਿਆਰ ਕਰ ਰਹੀ ਹੈ। ਇਸੇ ਦਰਮਿਆਨ ਅਮਰੀਕਾ ਨੇ ਆਪਣੇ ਯਾਤਰੀਆਂ ਨੂੰ ਕਿਹਾ ਕਿ ਉਹ ਰੂਸ ਨੂੰ ਤੁਰੰਤ ਛੱਡ ਦੇਣ। ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਮੰਤਰੀ ਐਂਡਰਿਊ ਗੋਇਲਸ ਨੇ ਸੋਮਵਾਰ ਨੂੰ ਇੱਕ ਅਹਿਮ ਐਲਾਨ ਕੀਤਾ। ਐਲਾਨ ਦੇ ਮੁਤਾਬਕ ਸਰਕਾਰ ਕੁਝ ਸਥਾਈ ਵੀਜ਼ਾ ਧਾਰਕਾਂ ਦੇ ਲਈ ਸਥਾਈ ਵੀਜ਼ਾ ਮਾਰਗ ਪ੍ਰਦਾਨ ਕਰਨ ਦੇ ਲਈ ਆਪਣੀ ਚੋਣ ਵਚਨਬੱਧਤਾ ਨੂੰ ਪੂਰਾ ਕਰ ਰਹੀ ਹੈ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਦੇ ਮੁਤਾਬਕ ਰਾਇਲਸ ਨੇ ਲੇਬਰ ਸਰਕਾਰ ਦੇ ਚੋਣ ਵਾਅਦਿਆਂ ਨੂੰ ਪੂਰਾ ਕੀਤਾ। ਇਹਨਾਂ 'ਚ ਦੋ ਤਰ੍ਹਾਂ ਦੇ ਅਸਥਾਈ ਵੀਜ਼ਿਆਂ ਤੇ ਲਗਭਗ 19,000 ਸ਼ਰਨਾਰਥੀਆਂ ਨੂੰ ਸਥਾਈ ਨਿਵਾਸ ਦੇ ਲਈ ਅਰਜ਼ੀ ਦੇਣ ਦੇ ਲਈ ਸੱਦਾ ਦਿੱਤਾ, ਜੋ ਕਿ 2013 ਤੋਂ ਪਹਿਲਾਂ ਕਿਸ਼ਤੀ ਰਾਹੀਂ ਆਸਟ੍ਰੇਲੀਆ ਪਹੁੰਚੇ ਸੀ। ਰੈਜ਼ੀਡੈਂਸੀ ਨੂੰ ਅਪਗ੍ਰੇਡ ਕਰਨ ਦੇ ਨਾਲ ਸ਼ਰਨਾਰਥੀਆਂ ਨੂੰ ਸਮਾਜਿਕ ਸੁਰੱਖਿਆ, ਵਿਸ਼ਵ ਵਿਆਪੀ ਸਿਹਤ ਦੇਖਭਾਲ, ਰਾਸ਼ਟਰੀ ਅਪੰਗਤਾ ਬੀਮਾ ਯੋਜਨਾ, ਉੱਚ ਸਿੱਖਿਆ ਕਰਜ਼ਿਆਂ ਤੱਕ ਪਹੁੰਚ ਮਿਲੇਗੀ ਅਤੇ ਨਾਗਰਿਕਾਂ ਦੇ ਲਈ ਇੱਕ ਰਸਤਾ ਮੁਹੱਈਆ ਹੋਏਗਾ, ਜਿਸ ਨਾਲ ਉਹ ਤੁਰੰਤ ਪਰਿਵਾਰ ਨੂੰ ਆਸਟ੍ਰੇਲੀਆ ਲਿਆ ਸਕਣਗੇ। ਇਸ ਕਦਮ ਦੀ ਘੋਸ਼ਣਾ ਕਰਦੇ ਹੋਏ ਗੋਇਲਸ ਨੇ ਕਿਹਾ, ਉਹਨਾਂ ਲੋਕਾਂ ਨੂੰ ਜੋ ਕੰਮ ਕਰਦੇ ਨੇ, ਟੈਕਸ ਅਦਾ ਕਰਦੇ ਨੇ, ਕਾਰੋਬਾਰ ਚਲਾਉਂਦੇ ਨੇ, ਉਹਨਾਂ ਦੇ ਵੀਜ਼ੇ ਦੀ ਸਥਿਤੀ ਕਾਰਨ ਅੜਿੱਕੇ 'ਚ ਰੱਖਣ ਦਾ ਕੋਈ ਮਤਲਬ ਨਹੀਂ ਹੈ। ਉਹਨਾਂ ਨੇ ਅੱਗੇ ਕਿਹਾ ਕਿ ਹਾਲਾਂਕਿ ਸਥਾਈ ਵੀਜ਼ੇ ਤੋਂ ਬਿਨਾਂ ਉਹ ਘਰ ਖਰੀਦਣ, ਆਪਣਾ ਕਾਰੋਬਾਰ ਬਣਾਉਣ ਜਾਂ ਅੱਗੇ ਦੀ ਪੜ੍ਹਾਈ ਕਰਨ ਦੇ ਲਈ ਕਰਜ਼ਾ ਪ੍ਰਾਪਤ ਕਰਨ ਦੇ ਵਿੱਚ ਅਸਮਰੱਥ ਰਹੇ ਨੇ। ਐਲਾਨ ਦੇ ਮੁਤਾਬਕ ਕੇਵਲ ਉਹ ਲੋਕ ਜੋ ਆਪਰੇਸ਼ਨ ਸੋਵਰੇਨ ਬਾਰਡਰਸ ਦੀ ਸ਼ੁਰੂਆਤ ਤੋਂ ਪਹਿਲਾਂ ਆਸਟ੍ਰੇਲੀਆ ਪਹੁੰਚੇ ਸੀ ਰਿਹਾਇਸ਼ ਦੇ ਲਈ ਯੋਗ ਨੇ। ਗ੍ਰਹਿ ਮਾਮਲਿਆਂ ਦੇ ਮੰਤਰੀ ਕਲੇਅਰ ਨੇ ਕਿਹਾ ਕਿ ਸਰਕਾਰ ਚੱਲ ਰਹੇ ਆਪਰੇਸ਼ਨ ਦੇ ਲਈ ਵਚਨਬੱਧ ਹੈ ਅਤੇ ਕਿਸ਼ਤੀ ਰਾਹੀਂ ਆਸਟ੍ਰੇਲੀਆ ਪਹੁੰਚਣ ਵਾਲੇ ਕਿਸੇ ਵਿਅਕਤੀ ਨੂੰ ਦੇਸ਼ ਵਿੱਚ ਰਹਿਣ ਦੀ ਆਗਿਆ ਨਹੀਂ ਦਿੱਤੀ ਜਾਏਗੀ। ਉਹਨਾਂ ਨੇ ਕਿਹਾ ਕਿ ਜੇਕਰ ਕੋਈ ਇੱਕ ਵੈਧ ਵੀਜ਼ਾ ਤੋਂ ਬਿਨਾਂ ਆਸਟ੍ਰੇਲੀਆ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਵਾਪਸ ਮੋੜ ਦਿੱਤਾ ਜਾਏਗਾ। ਵਿਦੇਸ਼ਾਂ ਤੋਂ ਭਾਰਤ ਆਉਣ ਵਾਲੇ ਹਵਾਈ ਯਾਤਰੀਆਂ ਲਈ ਇਸ ਹਫ਼ਤੇ ਖਬਰ ਆਈ। ਦਰਅਸਲ ਸਰਕਾਰ ਨੇ ਯਾਤਰੀਆਂ ਦੇ ਲਈ ਯਾਤਰਾ ਨਿਯਮਾਂ ਦੇ ਵਿੱਚ ਵੱਡਾ ਬਦਲਾਅ ਕੀਤਾ। ਖਾਸ ਗੱਲ ਇਹ ਹੈ ਕਿ ਇਹ ਬਦਲਾਅ 13 ਫਰਵਰੀ ਤੋਂ ਲਾਗੂ ਹੋ ਚੁੱਕੇ ਨੇ। ਹਾਲਾਂਕਿ ਇਸ ਬਦਲਾਅ ਨੂੰ ਯਾਤਰੀਆਂ ਲਈ ਚੰਗਾ ਵੀ ਦੱਸਿਆ ਜਾ ਰਿਹਾ ਹੈ। ਦਰਅਸਲ ਕਰੋਨਾ ਮਹਾਮਾਰੀ ਦੇ ਕਾਰਨ ਵਿਦੇਸ਼ੀ ਯਾਤਰੀਆਂ ਨੂੰ ਕਈ ਦੇਸ਼ਾਂ ਤੋਂ ਆਪਣੇ ਵਤਨ ਪਰਤਣ ਦੇ ਦੌਰਾਨ ਕੁਝ ਟੈਸਟਾਂ ਜਾਂ ਜਾਂਚਾਂ 'ਚੋਂ ਗੁਜ਼ਰਨਾ ਪੈ ਰਿਹਾ ਸੀ, ਜਿਵੇਂ ਕੋਵਿਡ ਟੈਸਟ ਜਾਂ ਆਦਿ। ਆਪਣੇ ਤਾਜ਼ਾ ਫੈਸਲੇ ਦੇ ਵਿੱਚ ਸਰਕਾਰ ਨੇ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੇ ਲਈ ਹਵਾਈ ਯਾਤਰੀਆਂ ਦੇ ਲਈ ਨਿਯਮਾਂ 'ਚ ਬਦਲਾਅ ਕਰਦੇ ਹੋਏ ਕਰੋਨਾ ਵਾਇਰਸ ਟੈਸਟ ਨਾ ਕੀਤੇ ਜਾਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਭਾਰਤੀ ਹਵਾਈ ਯਾਤਰੀਆਂ ਦੇ ਲਈ ਹੀ ਕੀਤਾ ਗਿਆ ਹੈ। ਵਿਦੇਸ਼ ਜਾਣ ਦਾ ਚਾਅ ਨੌਜਵਾਨਾਂ ਦੇ ਸਿਰ ਚੜ੍ਹ ਕੇ ਇੰਨਾ ਬੋਲਦਾ ਹੈ ਕਿ ਉਹ ਟਰੈਵਲ ਏਜੰਟਾਂ ਦੇ ਝਾਂਸੇ 'ਚ ਆ ਕੇ ਆਪਣੀ ਜ਼ਿੰਦਗੀ ਨੂੰ ਖਤਰੇ 'ਚ ਪਾ ਰਹੇ ਨੇ। ਟਰੈਵਲ ਏਜੰਟਾਂ ਦੇ ਵੱਲੋਂ 2017 ਦੇ ਵਿੱਚ ਪੰਜਾਬ ਦਾ ਇੱਕ, ਹਿਮਾਚਲ ਪ੍ਰਦੇਸ਼ ਤੇ ਇੱਕ, ਹਰਿਆਣਾ ਦੇ ਨੌਜਵਾਨ ਜਿਹੜੇ ਨੇ ਉਹਨਾਂ ਨੂੰ ਵੀ ਇਟਲੀ ਭੇਜਿਆ ਗਿਆ। ਪਰ 6 ਸਾਲ ਬੀਤ ਗਏ ਨੇ ਔਰ 6 ਨੌਜਵਾਨਾਂ ਦੀ ਅਜੇ ਤੱਕ ਕੋਈ ਵੀ ਸੂਹ ਨਹੀਂ ਲੱਗੀ। ਮਾਪਿਆਂ ਦੇ ਪੁੱਤਰਾਂ ਦੀ ਭਾਲ ਦੇ ਵਿੱਚ ਮਾਪਿਆਂ ਦਾ ਬੁਰਾ ਹਾਲ ਹੈ। ਲੁਧਿਆਣਾ ਦੇ ਵਿੱਚ ਵੀ ਇਸ ਬਾਰੇ ਗੱਲਬਾਤ ਕੀਤੀ ਗਈ। ਟਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਤੇ 2017 ਤੋਂ ਲਾਪਤਾ ਨੌਜਵਾਨ ਨਵਜੋਤ ਸਿੰਘ, ਨੌਜਵਾਨ ਗੁਰਵਿੰਦਰ ਸਿੰਘ, ਧਰਮਪਾਲ ਸਿੰਘ ਜੋ ਪੰਜਾਬ ਦੇ ਨਾਲ ਸੰਬੰਧਿਤ ਨੇ, ਗੁਰਪ੍ਰੀਤ ਸਿੰਘ ਵੀ ਪੰਜਾਬ ਦੇ ਨਾਲ ਸੰਬੰਧਿਤ ਹੈ ਔਰ ਨਾਲ ਦੇ ਨਾਲ ਲਵਜੀਤ ਸਿੰਘ ਵੀ ਨੇ ਜੋ ਪੰਜਾਬ ਦੇ ਨਾਲ ਸੰਬੰਧਿਤ ਹੈ। ਇਹ ਕਈ ਹੋਰ ਨੌਜਵਾਨ ਵੀ ਨਾਲ ਸ਼ਾਮਲ ਨੇ। ਉਹਨਾਂ ਨੂੰ ਕਈ ਸਾਲਾਂ ਤੋਂ ਲੱਭਿਆ ਜਾ ਰਿਹਾ, ਪਿਛਲੇ 6 ਸਾਲਾਂ ਤੋਂ ਉਹ ਨਹੀਂ ਲੱਭ ਰਹੇ। ਉਹਨਾਂ ਨੇ 5 ਤੋਂ 9.5 ਲੱਖ ਰੁਪਏ ਏਜੰਟ ਨੂੰ ਦੇ ਕੇ 2017 ਦੇ ਵਿੱਚ ਇੱਕ ਗਰੁੱਪ ਵਿੱਚ ਆਪਣੇ ਲੜਕਿਆਂ ਨੂੰ ਇਟਲੀ ਭੇਜਿਆ ਸੀ। ਪਰ 2023 ਦਾ ਸਾਲ ਚੜ੍ਹ ਗਿਆ, ਅਜੇ ਤੱਕ ਉਹਨਾਂ ਨੂੰ ਆਪਣੇ ਲੜਕਿਆਂ ਬਾਰੇ ਨਹੀਂ ਪਤਾ ਅਤੇ ਨਾ ਹੀ ਉਹਨਾਂ ਦੀ ਆਪਣੇ ਲੜਕਿਆਂ ਨਾਲ ਗੱਲਬਾਤ ਹੋਈ ਹੈ। ਮੋਗਾ ਦੇ ਰਹਿਣ ਵਾਲੀ ਲੜਕੀ ਨਾਲ ਗਾਇਕ ਤੇ ਸਮਾਜ ਸੇਵੀ ਸਿਕੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਭੈਣ ਨੂੰ ਮੋਗਾ ਦੀ ਰਹਿਣ ਵਾਲੀ ਇੱਕ ਟਰੈਵਲ ਏਜੰਟ ਨੇ 3 ਜਨਵਰੀ 2023 ਵਿੱਚ ਮਸਕਟ ਭੇਜਿਆ ਸੀ, ਪਰ ਉਸ ਨੂੰ ਮਸਕਟ ਭੇਜਣ ਦੀ ਥਾਂ ਤੇ ਕਿਸੇ ਪਾਕਿਸਤਾਨੀ ਵਿਅਕਤੀ ਨੂੰ ਵੇਚ ਦਿੱਤਾ। ਉਹਨਾਂ ਨੇ ਕਿਹਾ ਕਿ ਉਹ ਬੜੀ ਮੁਸ਼ਕਿਲ ਦੇ ਨਾਲ 35 ਦਿਨ ਬਾਅਦ ਛੁੱਟ ਕੇ ਵਾਪਸ ਪਰਤੀ ਹੈ। ਸੋ ਬਹੁਤ ਸਾਰੇ ਕੇਸ ਅਜਿਹੇ ਆਉਂਦੇ ਨੇ ਜਿੱਥੇ ਟਰੈਵਲ ਏਜੰਟ ਧੋਖੇ ਦੇ ਨਾਲ ਕਿਸੇ ਹੋਰ ਦੇਸ਼ ਪਹੁੰਚਾ ਦਿੰਦੇ ਨੇ ਜਾਂ ਬਾਅਦ ਦੇ ਵਿੱਚ ਵਿਦੇਸ਼ ਜਾਣ ਦੇ ਚਾਹਵਾਨਾਂ ਦੀ ਕੋਈ ਵੀ ਖਬਰਸਾਰ ਨਹੀਂ ਮਿਲਦੀ ਔਰ ਲੜਕੀਆਂ ਨੂੰ ਧੋਖੇ ਦੇ ਨਾਲ ਕਿਸੇ ਵਿਅਕਤੀ ਨੂੰ ਵੀ ਵੇਚ ਤੱਕ ਦਿੱਤਾ ਜਾਂਦਾ ਹੈ।
ਇਹ ਸਨ ਇਸ ਹਫਤੇ ਦੀਆਂ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਕੁਝ ਅਪਡੇਟਸ। ਫਿਰ ਹਾਜ਼ਰ ਹੋਵਾਂਗੇ। ਦਿਓ ਆਗਿਆ ਜੀ। ਤੇ ਪੰਜਾਬ ਮੇਲ ਯੂਐਸ ਟੀਵੀ ਸਾਡਾ YouTube ਚੈਨਲ ਵੀ ਹੈ, ਉਸ ਨੂੰ ਵੀ ਕਰ ਦਿਓ ਸਬਸਕ੍ਰਾਈਬ। ਸ਼ੁਕਰੀਆ। ਸਤਿ ਸ਼੍ਰੀ ਅਕਾਲ।